ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਕੇ ਵਾਲੀ, ਅੰਮ੍ਰਿਤ ਕੇ ਦਾਤੇ, ਤਿੰਨਾਂ ਦਾ ਜਨਮ ਉਤਸਵ, ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸਾਰੀ ਸੰਗਤ ਨੂੰ ਇਸ ਖੁਸ਼ੀ ਦੇ ਮੌਕੇ 'ਤੇ ਲੱਖ 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 ਵਧਾਈ ਹੋਵੇ ਜੀ। ਇਸ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਬਾਰੇ, ਜਨਮ ਦੇ ਬਾਰੇ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹ ਰਹੇ ਹਾਂ। ਇਹ ਤੁਕਾਂ ਅਸੀਂ ਬਹੁਤ ਵਾਰੀ ਪੜ੍ਹੀਆਂ ਅਤੇ ਸੁਣੀਆਂ ਹੋਣਗੀਆਂ। ਜਨਨੀ ਜਨੇ ਤਾਂ ਭਗਤ ਜਨ, ਕਿਆ ਦਾਤਾ ਕਿਆ ਸੂਰ, ਨਹੀਂ ਤੋ ਜਨਮੀ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਇਹਨਾਂ ਤੁਕਾਂ ਨੂੰ ਜੇ ਅਸੀਂ ਵਿਚਾਰ ਕਰੀਏ ਤਾਂ ਇਹਦੇ ਵਿੱਚੋਂ 3 ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ ਕਿ ਜੇ ਮਾਤਾ ਨੇ ਜਨਮ ਦੇਣਾ ਹੈ ਕਿਸੇ ਬੱਚੇ ਨੂੰ, ਜਨਨੀ ਜਨੇ ਤਾਂ ਭਗਤ ਜਨ, ਜਾਂ ਤਾਂ ਉਹ ਭਗਤ ਹੋਣਾ ਚਾਹੀਦਾ, ਫਿਰ ਜਾਂ ਉਹ ਦਾਤਾ ਹੋਣਾ ਚਾਹੀਦਾ, ਦਾਤਾ ਦੇਣ ਵਾਲਾ ਹੋਣਾ ਚਾਹੀਦਾ, ਅਤੇ ਜਾਂ ਸੂਰ ਦਾ ਮਤਲਬ ਸੂਰਬੀਰ, ਬਹਾਦਰ ਹੋਣਾ ਚਾਹੀਦਾ। ਸੋ ਜਦੋਂ ਇਹਨਾਂ ਤੁਕਾਂ 'ਤੇ ਅਸੀਂ ਵਿਚਾਰ ਕਰੀਏ ਤਾਂ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਇਹ ਤੁਕਾਂ ਬਿਲਕੁਲ ਠੀਕ ਟੁਕਦੀਆਂ ਨੇ, ਕਿਉਂਕਿ ਜੇ ਅਸੀਂ ਉਹਨਾਂ ਦੇ ਗੁਣਾਂ ਦਾ ਵਿਚਾਰ ਕਰੀਏ ਤਾਂ ਇਹ ਸਾਰੇ ਗੁਣ, ਇਹਨਾਂ ਸਾਰੇ ਗੁਣਾਂ ਦੇ ਮਾਲਕ ਸਨ ਗੁਰੂ ਗੋਬਿੰਦ ਸਿੰਘ ਜੀ। ਸਭ ਤੋਂ ਪਹਿਲਾ ਗੁਣ ਕੀ ਹੈ? ਭਗਤੀ। ਸੋ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਹੋਰ ਭਗਤ ਕੌਣ ਹੋ ਸਕਦਾ ਹੈ, ਜਿਨ੍ਹਾਂ ਨੇ ਇਸ ਜਨਮ ਵਿੱਚ ਹੀ ਨਹੀਂ, ਪਿਛਲੇ ਜਨਮ ਵਿੱਚ ਵੀ ਬਹੁਤ ਕਠਿਨ ਤਪੱਸਿਆ ਕੀਤੀ ਹੈ, ਔਰ ਇਸ ਜਨਮ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ। ਬਹੁਤ ਸਾਰੇ ਸ਼ਬਦ ਜਿਹੜੇ ਅਸੀਂ ਉਹਨਾਂ ਦੇ ਪੜ੍ਹਦੇ ਹਾਂ, ਉਸ ਕੀਰਤਨ ਕਰਦੇ ਹਾਂ, ਜਦੋਂ ਅਸੀਂ ਸੁਣਦੇ ਹਾਂ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਉਹਨਾਂ ਨੇ ਕਿਤਨੀ ਸਭ ਤੋਂ ਵੱਡੀ ਸ਼ਾਹਕਾਰ ਬਾਣੀ ਜਿਹੜੀ ਜਾਪ ਸਾਹਿਬ ਦੇ ਵਿੱਚ ਉਹਨਾਂ ਨੇ ਅਕਾਲ ਪੁਰਖ ਦੀ ਉਸਤਤ, ਅਕਾਲ ਪੁਰਖ ਦੀ ਉਪਮਾ ਕੀਤੀ ਹੈ। ਔਰ ਮੈਨੂੰ ਲੱਗਦਾ ਹੈ ਕਿ ਜਿਤਨੇ ਵਿਸ਼ੇਸ਼ਣ, ਜਿਤਨੇ ਐਡਜੈਕਟਿਵ ਉਹਨਾਂ ਨੇ ਜਾਪ ਸਾਹਿਬ ਵਿੱਚ ਵਰਤੇ ਨੇ, ਉਤਨੇ ਐਡਜੈਕਟਿਵ ਕਿਸੇ ਵੀ ਗ੍ਰਾਮਰ ਦੀ ਬੁੱਕ ਵਿੱਚ, ਕਿਸੇ ਵਿਆਕਰਨ ਦੀ ਕਿਤਾਬ ਵਿੱਚ ਕਦੀ ਤੁਹਾਨੂੰ ਨਹੀਂ ਮਿਲਣਗੇ। ਇੱਕ ਵਰਡ, ਇੱਕ ਸ਼ਬਦ ਜਿਹੜਾ ਹੈ ਉਹ ਅਕਾਲ ਪੁਰਖ ਦੀ ਉਪਮਾ ਕਰਦਾ। ਸੋ ਉਹਨਾਂ ਨੇ ਕਿਸ ਤਰੀਕੇ ਨਾਲ ਭਗਤੀ, ਉਸ ਅਕਾਲ ਪੁਰਖ ਦੀ ਭਗਤੀ ਕੀਤੀ, ਉਸ ਅਕਾਲ ਪੁਰਖ ਦੇ ਗੁਣ ਜਿਹੜੇ ਨੇ ਉਹ ਵਰਣਨ ਕੀਤੇ, ਉਹ ਬੜੀ ਬਿਆਨ ਤੋਂ ਬਾਹਰ ਨੇ। ਜਦੋਂ ਜਾਪ ਸਾਹਿਬ ਪੜ੍ਹਦੇ ਹਾਂ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਕਿਤਨੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਅਕਾਲ ਪੁਰਖ ਦੇ ਗੁਣ ਜਿਹੜੇ ਨੇ ਉਹ ਵਰਣਨ ਕੀਤੇ ਨੇ। ਉਸ ਤੋਂ ਬਾਅਦ ਆਪਣੇ ਜੀਵਨ ਵਿੱਚ ਵੀ ਆਪਣੇ ਨਿਤਨੇਮ ਦੇ ਪੱਕੇ ਸਨ। ਸਭ ਤੋਂ ਵੱਡਾ ਐਗਜ਼ਾਮਪਲ ਸਾਨੂੰ ਮਿਲਦਾ ਹੈ ਜਦੋਂ ਸਰਸਾ ਨਦੀ ਦੇ ਕਿਨਾਰੇ ਯੁੱਧ ਦਾ ਮੈਦਾਨ ਔਰ ਸਵੇਰ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ, ਮਹਾਰਾਜ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਕੁਝ ਸਿੰਘਾਂ ਨੇ ਬੇਨਤੀ ਵੀ ਕੀਤੀ, ਮਹਾਰਾਜ ਮੁਗਲਾਂ ਦੀ ਫੌਜ ਚੜ੍ਹ ਕੇ ਆ ਰਹੀ ਹੈ ਔਰ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ, ਔਰ ਇਸ ਵਕਤ ਸਾਨੂੰ ਯੁੱਧ ਦੇ ਵਾਸਤੇ ਤਿਆਰ ਹੋਣ ਵਾਸਤੇ ਸਮਾਂ ਜ਼ਰੂਰ ਚਾਹੀਦਾ। ਲੇਕਿਨ ਮਹਾਰਾਜ ਨੇ ਕਿਹਾ ਨਹੀਂ, ਪਹਿਲੇ ਆਪਣਾ ਨਿਤਨੇਮ ਕਰਨਾ, ਪਹਿਲੇ ਆਸਾ ਦੀ ਵਾਰ ਦਾ ਕੀਰਤਨ ਕਰਨਾ। ਸੋ ਇਤਨੇ ਔਖੇ ਹਾਲਾਤ ਵਿੱਚ ਵੀ ਜੇ ਉਹਨਾਂ ਨੇ ਆਪਣਾ ਨਿਤਨੇਮ ਨਿਭਾਇਆ ਅਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਾਡੇ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤਾ। ਸੋ ਉਹਨਾਂ ਦੇ ਵਰਗਾ ਭਗਤ ਹੋਰ ਕੌਣ ਹੋ ਸਕਦਾ। ਦੂਸਰੀ ਗੱਲ, ਦਾਤਾ ਦੇਣ ਵਾਲਾ। ਦੁਨੀਆ ਦੇ ਵਿੱਚ ਦਾਨ ਦੇਣ ਦੀ ਪਰੰਪਰਾ ਖਾਸ ਤੌਰ 'ਤੇ ਸਾਡੇ ਦੇਸ਼ ਵਿੱਚ ਸ਼ੁਰੂ ਤੋਂ, ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਲੋਕ ਜ਼ਮੀਨ ਦਾਨ ਕਰਦੇ ਸਨ, ਲੋਕ ਪੈਸਾ ਦਾਨ ਕਰਦੇ ਸਨ, ਲੋਕ ਸੋਨਾ ਚਾਂਦੀ ਦਾਨ ਕਰਦੇ ਸਨ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਦਾਨੀ ਕੌਣ ਹੋ ਸਕਦਾ ਹੈ ਜਿਨ੍ਹਾਂ ਨੇ ਆਪਣੇ ਪੁੱਤਰਾਂ ਦਾ ਦਾਨ ਕਰ ਦਿੱਤਾ। ਸਾਡੇ ਘਰ ਬੱਚੇ ਨੇ, ਕਿਸੇ ਬੱਚੇ ਨੂੰ ਜ਼ਰਾ ਜੀ ਚੋਟ ਲੱਗ ਜਾਏ ਤਾਂ ਅਸੀਂ ਕਿਤਨੇ ਪਰੇਸ਼ਾਨ ਹੋ ਜਾਂਦੇ ਹਾਂ, ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਜਿਨ੍ਹਾਂ ਨੇ ਚਮਕੌਰ ਦੇ ਯੁੱਧ ਵਿੱਚ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਦੇਖਿਆ, ਤੀਰ ਤਲਵਾਰ ਖਾਂਦੇ ਦੇਖਿਆ ਔਰ ਜ਼ਖਮੀ ਹੁੰਦੇ ਦੇਖਿਆ, ਔਰ ਫਿਰ ਸ਼ੁਕਰਾਨਾ ਕੀਤਾ, ਫਿਰ ਜੈਕਾਰਾ ਛੱਡਿਆ ਕਿ ਹੇ ਸੱਚੇ ਪਾਤਸ਼ਾਹ, ਤੇਰੀ ਅਮਾਨਤ ਅਦਾ ਹੋਈ। ਸੋ ਇਸ ਧਰਮ ਦੇ ਉੱਤੋਂ ਆਪਣੇ ਬੱਚਿਆਂ ਨੂੰ ਵਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਹੈਰਾਨ ਹੋ ਜਾਂਦੇ ਹਾਂ, ਰੋਂਗਟੇ ਖੜ੍ਹੇ ਹੋ ਜਾਂਦੇ ਨੇ ਕਿ 6 ਸਾਲ ਅਤੇ 9 ਸਾਲ ਦੇ ਬੱਚੇ ਕਿਸ ਤਰ੍ਹਾਂ ਆਪਣੇ ਧਰਮ ਵਿੱਚ ਪਰਪੱਕ ਰਹਿ ਕੇ ਅਤੇ ਧਰਮ ਦੇ ਉੱਤੋਂ, ਆਪਣੇ ਦੇਸ਼ ਦੇ ਉੱਤੋਂ ਸ਼ਹੀਦ ਹੋ ਗਏ। ਸੋ ਦੁਨੀਆ ਦੇ ਉੱਤੇ ਕਿਤਨਾ ਵੀ ਦਾਨ ਕੋਈ ਕਰ ਸਕੇ, ਲੇਕਿਨ ਆਪਣੇ ਬੱਚਿਆਂ ਦਾ ਦਾਨ ਕਰਨ ਵਾਲਾ ਅੱਜ ਤੱਕ ਦੁਨੀਆ 'ਤੇ ਨਾ ਕੋਈ ਪੈਦਾ ਹੋਇਆ ਅਤੇ ਨਾ ਕੋਈ ਹੋਣਾ। ਔਰ ਫਿਰ ਆਪਣੀ ਅੱਖਾਂ ਦੇ ਸਾਹਮਣੇ ਦੇਖਣਾ, ਅੱਖਾਂ ਦੇ ਸਾਹਮਣੇ ਸ਼ਹੀਦ ਕਰਾਉਣਾ। ਧੰਨ ਜਿਗਰਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਸੋ ਅਸੀਂ ਉਹਨਾਂ ਤੋਂ ਵੱਡਾ ਦਾਨੀ ਦੁਨੀਆ 'ਚ ਕਦੀ ਕੋਈ ਵੇਖ ਹੀ ਨਹੀਂ ਸਕਦੇ। ਉਸ ਤੋਂ ਬਾਅਦ ਤੀਸਰੀ ਗੱਲ, ਸੂਰ। ਜਨਨੀ ਜਨੇ ਤਾਂ ਭਗਤ ਜਨ, ਕਿਆ ਦਾਤਾ ਕਿਆ ਸੂਰ ਦਾ ਮਤਲਬ ਸੂਰਬੀਨ। ਉਹ ਇਤਨੇ ਬਹਾਦਰ ਸਨ, ਉਹਨਾਂ ਨੇ ਦੇਖੋ ਕਿਤਨੀ ਜੰਗੀ ਕਰਤੱਵ ਜਿਹੜੇ ਸੀ ਮਹਾਰਾਜ ਦੇ, ਉਹ ਦੇਖਣ ਅਤੇ ਸੁਣਨ ਤੋਂ ਬਾਅਦ ਨਾ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਜ਼ਿਆਦਾ ਡਿਟੇਲ ਵਿੱਚ ਜਾਣ ਦਾ,
ਲੇਕਿਨ ਉਹਨਾਂ ਦੇ ਵਰਗਾ ਕੋਡ ਸਵਾਰ, ਉਹਨਾਂ ਦੇ ਵਰਗਾ ਤੀਰ ਅੰਦਾਜ਼ ਮੈਨੂੰ ਲੱਗਦਾ ਦੁਨੀਆ 'ਚ ਕੋਈ ਨਹੀਂ ਸੀ। ਔਰ ਉਹਨਾਂ ਦੇ ਇੱਕ ਤੀਰ ਵੀ ਕਈ ਮੁਗਲਾਂ ਦੇ ਸੀਨਿਆਂ ਨੂੰ ਪਾਰ ਕਰ ਜਾਂਦਾ ਸੀ, ਕਈ ਮੁਗਲਾਂ ਨੂੰ ਉਹ ਖਤਮ ਕਰ ਜਾਂਦਾ ਸੀ। ਔਰ ਫਿਰ ਉਹਨਾਂ ਨੇ ਹਰ ਤੀਰ ਦੇ ਉੱਪਰ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ। ਉਹ ਇਸ ਵਾਸਤੇ ਕਿ ਤੀਰ ਜਿਸ ਨੂੰ ਲੱਗੇਗਾ, ਜੇ ਤਾਂ ਉਹ ਜ਼ਖਮੀ ਹੋਇਆ ਤਾਂ ਉਹ ਇਸ ਦੇ ਪੈਸੇ ਨਾਲ ਉਸਦਾ ਇਲਾਜ ਕਰਾ ਲਵੇ, ਅਤੇ ਜੇ ਉਹ ਉਸਦੀ ਮੌਤ ਹੋ ਗਈ ਤਾਂ ਉਸਦਾ ਸੰਸਕਾਰ ਕਰ ਦਿੱਤਾ ਜਾਏ। ਸੋ ਇਤਨੇ ਦਿਆਲੂ ਔਰ ਇਤਨੇ ਤੀਰ ਅੰਦਾਜ਼ ਔਰ ਇਤਨੇ ਜ਼ਿਆਦਾ ਬਹਾਦਰ ਹੋਰ ਕੋਈ ਐਗਜ਼ਾਮਪਲ ਸਾਨੂੰ ਦੁਨੀਆ ਦੇ ਉੱਤੇ ਨਹੀਂ ਮਿਲਦਾ। ਔਰ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ, ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਨਵੀਂ ਸੋਚ ਦਿੱਤੀ, ਇੱਕ ਨਵਾਂ ਜੀਵਨ ਦਿੱਤਾ, ਕਿਉਂਕਿ ਇੱਥੋਂ ਦੇ ਲੋਕ ਜਿਹੜੇ ਸਨ ਉਹ ਇਤਨੇ ਬਹਾਦਰ ਤਾਂ ਕਦੀ ਹੋਏ ਹੀ ਨਹੀਂ। ਉਹ ਕੀ ਸੀ, ਉਹਨਾਂ ਦੀ ਸੋਚ ਇਹ ਸੀ, ਉਹ ਕੀ ਕਹਿੰਦੇ ਸਨ, ਹਮ ਤੋਂ ਜਾਣੇ ਤੋਲਨ ਤਕੜੀ, ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਸੋ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਕਦੀ ਯੁੱਧ ਦਾ ਮੈਦਾਨ ਨਹੀਂ ਦੇਖਿਆ ਸੀ, ਉਹਨਾਂ ਨੇ ਸੂਰਬੀਰ ਬਣਾਇਆ, ਖਾਲਸਾ ਪੰਥ ਬਣਾਇਆ। ਸੋ ਇਤਨੇ ਵੱਡਾ ਸੂਰਬੀਰ, ਇਤਨੇ ਵੱਡੇ ਦਾਨੀ, ਇਤਨੇ ਵੱਡੇ ਭਗਤ ਦੇ ਜਨਮ ਦੇ ਉੱਤੇ ਜੇ ਅਸੀਂ ਕੁਝ ਵਿਚਾਰ ਕਰਨੇ ਹੈ ਤਾਂ ਸਭ ਤੋਂ ਪਹਿਲੇ ਇਹ ਦੇਖਣਾ ਪਏਗਾ ਕਿ ਉਹਨਾਂ ਦੇ ਮਾਤਾ ਪਿਤਾ ਕੌਣ ਸਨ। ਬੜੀ ਵੱਡੀ ਗੱਲ ਹੈ ਕਿ ਮਾਂ ਕੌਣ ਸੀ। ਮਾਂ ਗੁਜਰੀ, ਐਗਜ਼ਾਮਪਲਰੀ, ਇੱਕ ਦੁਨੀਆ ਦੇ ਉੱਤੇ ਇੱਕ ਬਹੁਤ ਵੱਡਾ ਐਗਜ਼ਾਮਪਲ, ਇੱਕ ਅੱਛੀ ਬੇਟੀ, ਇੱਕ ਅੱਛੀ ਨੂੰਹ, ਫਿਰ ਇੱਕ ਅੱਛੀ ਪਤਨੀ, ਇੱਕ ਅੱਛੀ ਮਾਤਾ, ਔਰ ਸਮਾਂ ਪਾ ਕੇ ਉਹ ਦੁਨੀਆ ਦੀ ਸਭ ਤੋਂ ਮਹਾਨ ਦਾਦੀ ਬਣੀ, ਜਿਸ ਨੇ ਆਪਣੇ ਛੋਟੇ ਬੱਚਿਆਂ ਨੂੰ ਧਰਮ ਦੇ ਉੱਤੇ ਸ਼ਹੀਦ ਕਰਵਾ ਦਿੱਤਾ। ਔਰ ਉਸ ਇਹੋ ਜਿਹਾ ਐਗਜ਼ਾਮਪਲ ਕਿਤੇ ਮਿਲਦਾ ਹੀ ਨਹੀਂ। ਦੂਸਰੀ ਗੱਲ, ਪਿਤਾ ਜੀ ਕੌਣ ਸਨ? ਧੰਨ ਗੁਰੂ ਤੇਗ ਬਹਾਦਰ ਜੀ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਹਨਾਂ ਮਾਂ ਅਤੇ ਪਿਓ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਨਮ ਕਥਾ ਵਿੱਚ, ਪੂਰਵ ਜਨਮ ਦੀ ਜਿਹੜੀ ਕਥਾ ਹੈ ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ 26 ਸਾਲ ਦੀ ਕਠਨ ਤਪੱਸਿਆ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਭੋਰੇ 'ਚੋਂ ਬਾਹਰ ਨਿਕਲੇ, ਆਪਣੀ ਗੁਰਗੱਦੀ ਸੰਭਾਲੀ, ਆਪਣੀ ਜ਼ਿੰਮੇਵਾਰੀ ਸੰਭਾਲੀ। ਉਸ ਤੋਂ ਬਾਅਦ ਉਹ ਕਿੱਥੇ ਗਏ? ਮਹਾਰਾਜ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਮੁਰ ਪਿਤ ਪੂਰਬ ਕੀਸ ਪਿਆਨਾ, ਪਾਂਤ ਕੇ ਤੀਰਥ ਨਾਨਾ। ਪੂਰਬ ਦੇਸ਼ ਵੱਲ ਚਲੇ ਗਏ, ਪੰਜਾਬ ਤੋਂ ਪੂਰਬ ਵੱਲ ਚਲੇ ਗਏ, ਔਰ ਰਸਤੇ ਵਿੱਚ ਕਈ ਤੀਰਥਾਂ ਦੇ ਉੱਤੇ ਉਹਨਾਂ ਨੇ ਇਸ਼ਨਾਨ ਕੀਤੇ। ਮੁਰ ਪਿਤ ਪੂਰਬ ਕੀਸ ਪਿਆਨਾ, ਪਾਂਤ ਕੇ ਤੀਰਥ ਨਾਨਾ, ਜਬ ਇਹ ਜਾਤ त्रिवेणी ਪਏ, ਪੁੰਨ ਦਾਨ ਕਾ ਦਿਵਸ ਬਿਤੇ। त्रिवेणी ਪਹੁੰਚੇ, ਇਲਾਹਾਬਾਦ ਪਹੁੰਚੇ। ਰਸਤੇ ਵਿੱਚ ਉਹ ਤੀਰਥਾਂ ਦੇ ਇਸ਼ਨਾਨ ਕਰਦੇ ਸਨ, ਪੁੰਨ ਕਰਦੇ ਸਨ, ਦਾਨ ਕਰਦੇ ਸਨ, ਔਰ ਤਪੱਸਿਆ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਕਿਤਨੀ ਕਠਿਨ ਤਪੱਸਿਆ, 26 ਸਾਲ ਦੀ ਤਪੱਸਿਆ ਕਰਕੇ ਉਹ ਪੂਰੇ 'ਚੋਂ ਬਾਹਰ ਨਿਕਲੇ ਸਨ। ਸੋ ਮਹਾਰਾਜ ਅੱਗੋਂ ਲਿਖਦੇ ਨੇ, ਤਹੀਂ ਪ੍ਰਕਾਸ਼ ਅਬਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਇਓ, ਕਿ ਜਦੋਂ ਇਲਾਹਾਬਾਦ ਪਹੁੰਚੇ, त्रिवेणी 'ਤੇ ਪਹੁੰਚੇ, ਉੱਥੇ ਮੇਰਾ ਪ੍ਰਕਾਸ਼ ਹੋਇਆ। ਪ੍ਰਕਾਸ਼ ਦਾ ਮਤਲਬ ਕਿ ਉੱਥੇ ਉਹਨਾਂ ਦਾ ਮਾਤਾ ਗੁਜਰੀ ਜੀ ਨੇ ਕਨਸੀਵ ਕੀਤਾ। ਲੇਕਿਨ ਜਨਮ ਕਿੱਥੇ ਹੋਇਆ? ਜਨਮ ਹੋਇਆ ਪਟਨਾ ਸ਼ਹਿਰ। ਅੱਗੇ ਜਦੋਂ ਮਹਾਰਾਜ ਚੱਲ ਰਹੇ ਸਨ ਅਤੇ ਜਨਮ ਜਾ ਕੇ ਹੋਇਆ ਕਿੱਥੇ? ਪਟਨਾ ਸ਼ਹਿਰ ਵਿਖੇ ਪਵ ਲਇਓ। ਉਹਨਾਂ ਦਾ ਜਨਮ ਕਿੱਥੇ ਹੋਇਆ? ਪਟਨਾ ਸ਼ਹਿਰ ਵਿਖੇ, ਜਿੱਥੇ ਕਿ ਅੱਜ ਇਤਨਾ ਵੱਡਾ ਸਮਾਗਮ, ਇਤਨੇ ਵੱਡੇ ਪ੍ਰੋਗਰਾਮ ਚੱਲ ਰਹੇ ਨੇ। ਉਹਨਾਂ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਿਰਫ ਉਹਨਾਂ ਦੇ ਜਨਮ ਦੀ ਅਤੇ ਉਹਨਾਂ ਦੇ ਬਾਲ ਕੌਤਕਾਂ ਦੀ, ਉਹਨਾਂ ਦੇ ਬਚਪਨ ਦੇ ਕੌਤਕਾਂ ਦੀ, ਕਿਉਂਕਿ ਅਸੀਂ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਬਾਕੀ ਉਹਨਾਂ ਦੇ ਜੀਵਨ ਦੇ ਬਾਰੇ ਵਿਚਾਰ ਕਰਨੀ ਤਾਂ ਬਹੁਤ ਹੀ ਮੁਸ਼ਕਿਲ, ਬਹੁਤ ਲੰਬਾ ਕੰਮ ਹੈ। ਜਿਉਂ ਉਹਨਾਂ ਦੇ ਜੀਵਨ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਇਤਿਹਾਸ ਵਿੱਚ ਪੜ੍ਹਦੇ ਹਾਂ, ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਉਹਨਾਂ ਨੇ ਕਿਤਨੇ ਮਹਾਨ ਕੰਮ ਜਿਹੜੇ ਉਹ ਕੀਤੇ, ਜਿਹੜੇ ਕਿ ਦੁਨੀਆ ਵਿੱਚ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ। ਸੋ ਉਸ ਦੀ ਵਿਚਾਰ ਅਸੀਂ ਕਰਾਂਗੇ ਬਾਅਦ ਵਿੱਚ। ਲੇਕਿਨ ਅੱਜ ਅਸੀਂ ਵਿਚਾਰ ਕੀ ਕਰਨੀ ਹੈ ਕਿ ਇਹੋ ਜਿਹੇ ਮਾਤਾ ਪਿਤਾ ਦੇ ਘਰ ਜਨਮ ਲਿਆ ਕਿਸਨੇ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਔਰ ਕਿਸ ਜਗ੍ਹਾ 'ਤੇ ਜਨਮ ਲਿਆ? ਪਟਨਾ ਸ਼ਹਿਰ ਵਿਖੇ ਪਵ ਲਇਓ। ਉੱਥੇ ਜਾ ਕੇ ਉਹਨਾਂ ਦਾ ਜਨਮ ਹੋਇਆ, ਜਿੱਥੇ ਜਨਮ ਅਸਥਾਨ ਹੈ। ਔਰ ਅੱਜ ਉੱਥੇ ਮਹਾਨ ਤਖਤ ਪਟਨਾ ਸਾਹਿਬ, ਸ੍ਰੀ ਹਰਿਮੰਦਰ ਪਟਨਾ ਸਾਹਿਬ ਉੱਥੇ ਸੁਸ਼ੋਭਿਤ ਹੈ। ਔਰ ਉਸ ਜਗ੍ਹਾ ਦੇ ਉੱਤੇ ਇਸ ਦਿਨ ਨੂੰ ਬਹੁਤ ਹੀ ਧੂਮਧਾਮ ਨਾਲ, ਬੜੀ ਚਾਅ ਨਾਲ ਮਨਾਇਆ ਜਾਂਦਾ ਹੈ। ਸਿਰਫ ਸਿੱਖ ਹੀ ਨਹੀਂ ਬਲਕਿ ਉੱਥੋਂ ਦੇ ਬਿਹਾਰ ਦੇ ਲੋਕ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਪੂਰਾ ਸਾਲ। ਔਰ ਇਸ ਦਿਨ ਨੂੰ ਇਤਨੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਕਿ ਹਰ ਬੰਦਾ, ਬਿਹਾਰ ਦੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਸ ਦਿਨ ਨੂੰ ਮਨਾਉਂਦੇ ਨੇ। ਔਰ ਉਹ ਨਜ਼ਾਰਾ ਵਾਕਈ ਦੇਖਣ ਵਾਲਾ ਹੀ ਹੁੰਦਾ ਹੈ। ਹੁਣ ਤਾਂ ਕੁਝ ਸਾਲਾਂ ਤੋਂ ਬਿਹਾਰ ਦੀ ਸਰਕਾਰ ਨੇ ਵੀ ਇਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਵੀ ਬੜੀ ਅਨਾਊਂਸਮੈਂਟ ਬੜੀ ਵੱਡੀ ਆਈ ਹੈ ਕਿ ਅਸੀਂ ਇਸ ਗੁਰਪੁਰਬ ਨੂੰ ਅਸੀਂ ਆਪਣੇ ਸਰਕਾਰੀ ਤੌਰ 'ਤੇ ਵੀ ਮਨਾਵਾਂਗੇ। ਸੋ
ਸ਼ਰਧਾ ਭਾਵਨਾ ਵਾਲੇ ਸਿੱਖ ਬੜੀ ਦੂਰੋਂ ਦੂਰੋਂ ਪਹੁੰਚਦੇ ਨੇ, ਲੇਕਿਨ ਸਰਕਾਰ ਵੀ ਇਹਦਾ ਪੂਰਾ ਸਾਥ ਦਿੰਦੀ ਹੈ। ਸੋ ਉਹਨਾਂ ਦਾ ਜਨਮ ਪਟਨਾ ਸ਼ਹਿਰ ਵਿੱਚ ਹੋਇਆ। ਅੱਜ ਲਿਮਿਟਿਡ ਸਮੇਂ ਵਿੱਚ ਅਸੀਂ ਸਿਰਫ ਉਹਨਾਂ ਦੇ ਬਚਪਨ ਦੇ ਬਾਰੇ ਹੀ ਥੋੜ੍ਹੀ ਜਿਹੀ ਵਿਚਾਰ ਕਰ ਪਾਵਾਂਗੇ। ਸੋ ਉੱਥੋਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਪਟਨਾ ਸਾਹਿਬ ਕਿੱਥੇ ਅਤੇ ਪੰਜਾਬ ਕਿੱਥੇ। ਇੱਕ ਬੜੀ ਅਨੋਖੀ ਘਟਨਾ ਵਾਪਰੀ ਕਿ ਪੰਜਾਬ ਦੇ ਵਿੱਚ ਇੱਕ ਮੁਸਲਮਾਨ ਪੀਰ ਰਹਿੰਦਾ ਸੀ, ਪੀਰ ਭੀਖਨ ਸ਼ਾਹ। ਸੋ ਉਸਨੇ ਉਸ ਸਮੇਂ ਨਮਾਜ਼ ਪੜ੍ਹਦੇ ਹੋਏ ਉਲਟੀ ਤਰਫ ਪੱਛਮ ਦੀ ਬਜਾਏ ਪੂਰਬ ਦੀ ਤਰਫ ਸਜਦਾ ਕੀਤਾ ਅਤੇ ਉਸਦੇ ਜਿਹੜੇ ਚੇਲੇ ਚਾਂਟੇ ਸਨ ਉਹਨਾਂ ਸਭ ਨੇ ਪੁੱਛਿਆ, ਪੀਰ ਜੀ ਇਹ ਤੁਸੀਂ ਕੀ ਕੀਤਾ? ਤੁਸੀਂ ਆਪਣੀ ਨਮਾਜ਼ ਜਿਹੜੀ ਹੈ ਪੱਛਮ ਦੀ ਬਜਾਏ ਪੂਰਬ ਵੱਲ ਮੂੰਹ ਕਰਕੇ ਅਦਾ ਕਰ ਰਹੇ ਸੀ, ਇਸ ਦਾ ਕੀ ਕਾਰਨ ਹੈ? ਸੋ ਪੀਰ ਜੀ ਨੇ ਕਿਹਾ ਕਿ ਮੈਨੂੰ ਨਮਾਜ਼ ਅਦਾ ਕਰਦੇ ਹੋਏ ਪੂਰਬ ਵੱਲੋਂ ਚਾਨਣ ਨਜ਼ਰ ਆਇਆ ਔਰ ਮੈਨੂੰ ਨਜ਼ਰ ਇਹ ਆਇਆ ਕਿ ਉੱਥੇ ਪਰਮਾਤਮਾ ਨੇ, ਅੱਲਾ ਨੇ, ਖੁਦਾ ਨੇ ਜਨਮ ਲਿਆ, ਉੱਥੇ ਪ੍ਰਗਟ ਹੋਇਆ, ਖੁਦਾ ਉੱਥੇ ਪ੍ਰਗਟ ਹੋਇਆ। ਸੋ ਪੀਰ ਜੀ ਨੇ ਉਸ ਤੋਂ ਬਾਅਦ ਆਪਣਾ ਮਨ ਬਣਾ ਲਿਆ ਕਿ ਮੈਂ ਜਾ ਕੇ ਉੱਥੇ ਦਰਸ਼ਨ ਕਰਾਂਗਾ। ਸੋ ਉੱਥੇ ਪੰਜਾਬ ਤੋਂ ਉਹ ਚੱਲੇ ਅਤੇ ਚਲਦੇ ਚਲਦੇ ਕਿੱਥੇ ਪਹੁੰਚੇ? ਪਟਨਾ ਸਾਹਿਬ। ਪਟਨਾ ਸਾਹਿਬ ਜਦੋਂ ਪਹੁੰਚੇ ਤਾਂ ਸਾਲਸ ਰਾਏ ਦੀ ਹਵੇਲੀ ਦੇ ਵਿੱਚ ਮਾਤਾ ਜੀ, ਦਾਦੀ ਮਾਂ ਅਤੇ ਮਾਮਾ ਕਿਰਪਾਲ ਚੰਦ ਜੀ ਉਹਨਾਂ ਨੂੰ ਮਿਲੇ। ਉਹਨਾਂ ਨੂੰ ਜਾ ਕੇ ਮਿਲੇ ਔਰ ਉਹਨਾਂ ਨੇ ਕਿਹਾ ਕਿ ਮੈਂ ਇਸ ਖੁਦਾ ਦੇ ਰੂਪ ਦੇ ਦਰਸ਼ਨ ਕਰਨਾ ਚਾਹੁੰਦਾ, ਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਮਾਮਾ ਕਿਰਪਾਲ ਚੰਦ ਜੀ ਨੇ ਵੀ ਕਿਹਾ ਕਿ ਬਹੁਤ ਠੰਡ ਹੈ ਔਰ ਬੱਚਾ ਬਹੁਤ ਛੋਟਾ ਹੈ, ਅਸੀਂ ਉਸ ਨੂੰ ਬਾਹਰ ਨਹੀਂ ਲਿਆ ਸਕਦੇ। ਦਾਦੀ ਮਾਂ ਨੇ ਵੀ ਕਿਹਾ ਕਿ ਨਹੀਂ, ਅਸੀਂ ਬੱਚੇ ਨੂੰ ਬਾਹਰ ਨਹੀਂ ਲਿਆਉਣਾ ਚਾਹੁੰਦੇ। ਪਰ ਪੀਰ ਜੀ ਨੇ ਬਾਹਰ ਹੀ ਬੈਠ ਕੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਦ ਤੱਕ ਮੈਨੂੰ ਦਰਸ਼ਨ ਨਹੀਂ ਹੋਣਗੇ ਤਦ ਤੱਕ ਮੈਂ ਵਾਪਸ ਨਹੀਂ ਜਾਵਾਂਗਾ। ਸੋ ਉਹ ਬਾਹਰ ਹੀ ਬੈਠੇ ਰਹੇ, ਉਸ ਹਵੇਲੀ ਦੇ ਬਾਹਰ ਬੈਠੇ ਰਹੇ ਔਰ ਆਖਿਰ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਗਈ ਔਰ ਉਹਨਾਂ ਨੂੰ ਬਾਲਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਾਏ ਗਏ। ਜਦੋਂ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਔਰ ਸਿਰਫ ਪੀਰ ਭੀਖਨ ਸ਼ਾਹ ਹੀ ਨਹੀਂ, ਆਸ-ਪਾਸ ਦੇ ਲੋਕ ਹੋਰ ਵੀ ਉੱਥੇ ਇਕੱਠੇ ਹੋ ਗਏ। ਸੋ ਪੀਰ ਭੀਖਨ ਸ਼ਾਹ ਦਰਸ਼ਨ ਕਰਕੇ ਗਦ ਹੋਇਆ, ਆਨੰਦ ਪ੍ਰਸੰਨ ਹੋਇਆ ਅਤੇ ਉਸਨੇ ਆਪਣੇ ਮਨ ਦੀ ਇੱਕ ਸ਼ੰਕਾ ਦੂਰ ਕਰਨ ਵਾਸਤੇ ਦੋ ਛੋਟੀਆਂ ਕੁੱਜੀਆਂ ਦੇ ਵਿੱਚ, ਕੁੱਜੀ ਮਿੱਟੀ ਦੀ ਕੁੱਜੀ ਹੁੰਦੀ ਛੋਟੀ ਜਿਹੀ, ਉਸ ਕੁੱਜੀਆਂ ਦੇ ਵਿੱਚ ਇੱਕ ਵਿੱਚ ਪਾਣੀ ਅਤੇ ਇੱਕ ਵਿੱਚ ਦੁੱਧ ਪਾ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ, ਗੋਬਿੰਦ ਰਾਏ ਜੀ ਦੇ ਚਰਨਾਂ ਵਾਲੇ ਪਾਸੇ ਉਹਨਾਂ ਨੇ ਰੱਖਿਆ ਔਰ ਆਪਣੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਇਹ ਦੇਖਾਂਗਾ ਕਿ ਜੇ ਪਾਣੀ ਵਾਲੀ ਕੁੱਜੀ ਦੇ ਉੱਤੇ ਹੱਥ ਰੱਖਦੇ ਨੇ ਕਿ ਦੁੱਧ ਵਾਲੀ ਕੁੱਜੀ ਦੇ ਉੱਤੇ ਹੱਥ ਰੱਖਦੇ ਨੇ, ਇਹ ਹਿੰਦੂਆਂ ਦੇ ਪੀਰ ਹੋਣਗੇ ਕਿ ਮੁਸਲਮਾਨਾਂ ਦੇ ਪੀਰ ਹੋਣਗੇ, ਇਹ ਕਿਸ ਦੀ ਰੱਖਿਆ ਕਰਨਗੇ। ਲੇਕਿਨ ਐਸਾ ਕੌਤਕ ਵਰਤਿਆ ਕਿ ਮਹਾਰਾਜ ਨੇ ਦੋਨੋਂ ਹੱਥ ਬਾਹਰ ਕੱਢੇ ਅਤੇ ਦੋਨੋਂ ਹੱਥ ਪਾਣੀ ਵਾਲੀ ਕੁੱਜੀ ਅਤੇ ਦੁੱਧ ਵਾਲੀ ਕੁੱਜੀ ਦੇ ਉੱਤੇ ਰੱਖ ਦਿੱਤੇ। ਸੋ ਪੀਰ ਭੀਖਨ ਸ਼ਾਹ ਬਹੁਤ ਹੀ ਨਿਹਾਲ ਹੋਇਆ ਔਰ ਉਸਨੇ ਕਿਹਾ ਕਿ ਇਹ ਦੋਨਾਂ ਜਾਤੀਆਂ ਦੇ ਗੁਰੂ ਹੋਣਗੇ, ਇਹ ਦੋਨਾਂ ਦੀ ਰੱਖਿਆ ਕਰਨਗੇ। ਉਸਦੇ ਇਸ ਕਰਨ ਦੇ ਨਾਲ, ਇਹ ਦਰਸ਼ਨ ਇਸ ਤਰੀਕੇ ਨਾਲ ਕਰਨ ਦੇ ਨਾਲ ਆਸ-ਪਾਸ ਖਬਰ ਫੈਲ ਗਈ ਕਿ ਇਹ ਜਿਹੜਾ ਬੱਚਾ ਇੱਥੇ ਪੈਦਾ ਹੋਇਆ ਭਾਈ ਸਾਲਸ ਰਾਏ ਦੀ ਹਵੇਲੀ ਵਿੱਚ ਮਾਤਾ ਗੁਜਰੀ ਦੇ ਘਰ ਜਿਹੜਾ ਬੱਚਾ ਪੈਦਾ ਹੋਇਆ, ਇਹ ਤਾਂ ਕੋਈ ਰੱਬ ਦਾ ਰੂਪ ਹੈ, ਇਹ ਤਾਂ ਆਮ ਬੱਚਾ ਨਹੀਂ ਹੈ, ਇਹ ਤਾਂ ਕੋਈ ਪਰਮਾਤਮਾ ਹੈ, ਇਹ ਰੂਪ ਹੈ। ਔਰ ਦੇਖੋ ਉਸਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਇੰਨੇ ਵੱਡੇ ਪੀਰ ਜੀ ਆਏ ਨੇ ਔਰ ਉਹਨਾਂ ਨੇ ਇੱਕ ਤਰੀਕੇ ਨਾਲ ਪ੍ਰੀਖਿਆ ਲੈ ਕੇ ਇਹ ਐਲਾਨ ਕਰ ਦਿੱਤਾ ਕਿ ਇਹ ਮਹਾਨ ਆਤਮਾ ਹੈ ਔਰ ਇਹ ਹਿੰਦੂਆਂ ਅਤੇ ਮੁਸਲਮਾਨਾਂ ਦੀ ਰੱਖਿਆ ਕਰਨ ਵਾਲੇ ਪੀਰ ਹੋਣਗੇ। ਸੋ ਉਹਨਾਂ ਦੀ ਇਸੇ ਤਰੀਕੇ ਨਾਲ ਉੱਥੇ ਖਿਆਤੀ ਫੈਲਣੀ ਸ਼ੁਰੂ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਮੰਨਣਾ ਸ਼ੁਰੂ ਕਰ ਦਿੱਤਾ। ਸੋ ਉਹ ਤਾਂ ਪੀਰ ਭੀਖਨ ਸ਼ਾਹ ਤੋਂ ਉੱਥੋਂ ਵਾਪਸ ਆ ਗਿਆ, ਲੇਕਿਨ ਉੱਥੋਂ ਦੇ ਲੋਕ ਬਹੁਤ ਹੀ ਸ਼ਰਧਾ ਪਿਆਰ ਦੇ ਨਾਲ ਉਹਨਾਂ ਨੂੰ ਮਿਲਣ ਲੱਗ ਪਏ। ਇਸੇ ਤਰ੍ਹਾਂ ਉਹਨਾਂ ਦਾ ਬਚਪਨ ਉੱਥੇ ਪਟਨਾ ਸਾਹਿਬ ਵਿੱਚ ਬੀਤਿਆ। ਪਟਨਾ ਸਾਹਿਬ ਦੀ ਹਰ ਗਲੀ ਵਿੱਚ, ਹਰ ਜਗ੍ਹਾ 'ਤੇ ਗਲੀ ਕੂਚੇ ਜਿੱਥੇ ਵੀ ਜਾਓ ਉੱਥੇ ਉਹਨਾਂ ਦੀਆਂ ਯਾਦਗਾਰਾਂ ਮਿਲਦੀਆਂ ਨੇ। ਸਭ ਤੋਂ ਪਹਿਲੇ ਤਾਂ ਮਾਤਾ ਗੁਜਰੀ ਦਾ ਖੂਹ ਹੀ ਹੈ, ਜਿਹੜੀ ਕਿ ਤਖਤ ਸਾਹਿਬ ਦੇ ਅੰਦਰ ਹੀ ਹੈ। ਤਖਤ ਸਾਹਿਬ ਦੇ ਅੰਦਰ ਉਸ ਖੂਹ ਨੂੰ ਅਸੀਂ ਉਸ ਨਜ਼ਰ ਨਾਲ ਦੇਖੀਏ ਕਿ ਦੇਖੋ ਇਹ ਖੂਹ ਜਿਹੜਾ ਸੀ, ਇੱਥੋਂ ਪਾਣੀ ਲੈ ਕੇ ਅਤੇ ਮਹਾਰਾਜ ਜੀ ਨੂੰ ਸਭ ਤੋਂ ਪਹਿਲੇ ਇਸ਼ਨਾਨ ਕਰਾਇਆ ਗਿਆ ਹੋਵੇਗਾ। ਜੇ ਇਹ ਫੀਲਿੰਗ ਲਿਆਈਏ ਉੱਥੇ ਜਾ ਕੇ, ਉਹਨਾਂ ਗੱਲਾਂ ਨੂੰ ਇਮੈਜਿਨ ਕਰੀਏ, ਉਹਨਾਂ ਗੱਲਾਂ ਨੂੰ ਮੁੜ ਕੇ ਆਪਣੇ ਅੱਖਾਂ ਸਾਹਮਣੇ ਲਿਆਈਏ ਅਤੇ ਉਹ ਸਾਰਾ ਨਜ਼ਾਰਾ ਸਾਡੇ ਸਾਹਮਣੇ ਆ ਜਾਂਦਾ ਹੈ। ਸੋ ਪਟਨਾ ਸਾਹਿਬ ਐਸੀ ਜਗ੍ਹਾ ਹੈ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਸਮਾਂ ਬੀਤਿਆ 6-7 ਸਾਲ, ਔਰ ਉਸ 6-7 ਸਾਲ ਵਿੱਚ ਕਿਤਨੇ ਕੌਤਕ ਉਹਨਾਂ ਨੇ ਕੀਤੇ ਔਰ ਕਿਤਨੇ ਸੰਦੇਸ਼, ਅੱਛੇ ਸੰਦੇਸ਼ ਜਿਹੜੇ ਸੀ ਉਹ ਸਾਨੂੰ ਉੱਥੋਂ ਮਿਲਦੇ ਨੇ। ਸੋ ਉਹਨਾਂ ਦੀ ਹਰ ਗਲੀ ਵਿੱਚ ਜਿੱਥੇ ਵੀ ਜਾਓ ਉੱਥੇ ਅੱਜ ਵੀ ਉਦੋਂ ਤੋਂ ਜਾਈਦਾ ਅਤੇ ਫੀਲਿੰਗ ਇਹੀ ਹੁੰਦੀ ਹੈ ਕਿ ਬਾਲਾ ਪ੍ਰੀਤਮ ਬਚਪਨ ਵਿੱਚ ਛੋਟੇ ਜਿਹੇ ਬੱਚੇ ਬਾਲ ਰੂਪ ਵਿੱਚ ਇਹ ਹੁਣੇ ਇਸ ਗਲੀ 'ਚੋਂ ਆ ਜਾਣਗੇ।
ਹਰਮੰਦਰ ਗਲੀ ਜਿਹੜੀ ਨਾਲ ਵਾਲੀ ਹੈ, ਉੱਥੋਂ ਲੰਘੋ ਤੇ ਇਹ ਫੀਲਿੰਗ ਹੁੰਦੀ ਹੈ ਕਿ ਤਾਨੇ ਗਲੀ ਹੈ, ਤਾਨੇ ਜ਼ਮੀਨ ਹੈ, ਜਿੱਥੇ ਬਾਲਾ ਪ੍ਰੀਤਮ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਹੋਣਗੇ ਆਪਣੇ ਸਾਥੀਆਂ ਦੇ ਨਾਲ। ਸੋ ਉੱਥੇ ਹਰ ਗਲੀ ਵਿੱਚ, ਹਰ ਕੋਨੇ ਵਿੱਚ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਨੇ, ਗੁਰੂ ਮਹਾਰਾਜ ਦੇ ਬਚਪਨ ਦੇ ਦਰਸ਼ਨ ਹੁੰਦੇ ਨੇ। ਔਰ ਉਹਨਾਂ ਦੇ ਬਚਪਨ ਦੇ ਵਿੱਚ ਧੰਨ ਧੰਨ ਮਾਤਾ ਗੁਜਰੀ ਜੀ ਨੇ, ਧੰਨ ਮਾਤਾ ਗੁਜਰੀ ਜੀ ਨੇ ਕਮਾਲ ਕੀਤੀ। ਉਹਨਾਂ ਨੇ ਉਸ ਬੱਚੇ ਨੂੰ ਕਿਸ ਤਰ੍ਹਾਂ ਪਾਲਣਾ ਕੀਤੀ, ਕਿਸ ਤਰੀਕੇ ਨਾਲ ਉਹਨਾਂ ਦੀ ਪਰਸਨੈਲਿਟੀ ਨੂੰ ਡਿਵੈਲਪ ਕੀਤਾ, ਉਹ ਕਮਾਲ ਦੀ ਗੱਲ ਹੈ ਕਿ ਮਾਤਾ ਜੀ ਨੇ ਉਹਨਾਂ ਨੂੰ ਹਰ ਤਰੀਕੇ ਨਾਲ ਪੜ੍ਹਾਈ, ਪੰਜਾਬੀ ਦੀ, ਫਾਰਸੀ ਦੀ, ਸੰਸਕ੍ਰਿਤ ਦੀ, ਬ੍ਰਿਜ ਭਾਸ਼ਾ ਦੀ ਸਿਖਲਾਈ ਕਰਾਈ। ਉਹਨਾਂ ਨੂੰ ਤੀਰ ਅੰਦਾਜ਼ੀ ਸਿਖਾਈ, ਤੀਰ ਚਲਾਉਣਾ ਸਿਖਾਇਆ, ਉਹਨਾਂ ਨੂੰ ਘੋੜਸਵਾਰੀ ਸਿਖਾਈ, ਉਹਨਾਂ ਨੂੰ ਬੜੇ ਜੰਗੀ ਕਰਤੱਵ ਜਿਹੜੇ ਉਹ ਸਿਖਾਏ ਔਰ ਗੁਰਬਾਣੀ ਦੇ ਨਾਲ ਜੋੜਿਆ, ਉਹਨਾਂ ਨੂੰ ਗੁਰਬਾਣੀ ਯਾਦ ਕਰਾਈ। ਧੰਨ ਸੀ ਮਾਤਾ ਗੁਜਰੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਇਕੱਲੇ ਹੀ ਉਹਨਾਂ ਦੀ ਪਾਲਣਾ ਇਸ ਤਰੀਕੇ ਨਾਲ ਕੀਤੀ ਕਿ ਜਿਸ ਦੇ ਨਾਲ, ਜਿਸ ਦਾ ਹੋਰ ਸਾਨੂੰ ਦੁਨੀਆ 'ਤੇ ਕਿਤੇ ਐਗਜ਼ਾਮਪਲ ਨਹੀਂ ਮਿਲਦਾ। ਹੁਣ ਇੱਥੇ ਮੈਂ 1 ਮਿੰਟ ਵਾਸਤੇ ਰੁਕ ਕੇ ਤੇ ਅੱਜ ਦਾ ਸਵਾਲ ਪੁੱਛਣਾ ਚਾਹਾਂਗੀ ਕਿ ਮਾਤਾ ਗੁਜਰੀ ਜੀ ਨੇ ਉਹਨਾਂ ਦੀ ਸਿਖਲਾਈ ਕਰਵਾਈ, ਉਹਨਾਂ ਨੂੰ ਪਾਲਣ ਪੋਸ਼ਣ ਕੀਤਾ। ਨਾਲ ਸਨ ਦਾਦੀ ਜੀ, ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਜੀ। ਉਹਨਾਂ ਨੇ ਰਲ ਮਿਲ ਕੇ ਬਚਪਨ ਦੇ ਕੌਤਕ ਗੁਰੂ ਮਹਾਰਾਜ ਦੇ ਦੇਖੇ ਨੇ। ਅਤੇ ਗੁਰੂ ਤੇਗ ਬਹਾਦਰ ਜੀ ਉਸ ਵਕਤ ਕਿੱਥੇ ਸਨ? ਸੋ ਅੱਜ ਦਾ ਸਵਾਲ ਇਹੀ ਹੈ ਕਿ ਅੱਜ ਜਿਸ ਵਕਤ ਪਟਨੇ ਸਾਹਿਬ ਵਿੱਚ ਬਚਪਨ ਦੇ ਵਿੱਚ ਮਾਤਾ ਗੁਜਰੀ ਜੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ, ਉਹਨਾਂ ਨੂੰ ਸਭ ਤਰ੍ਹਾਂ ਦੀ ਸਿਖਲਾਈ ਕਰਵਾਈ, ਅਤੇ ਉਸ ਵਕਤ ਗੁਰੂ ਤੇਗ ਬਹਾਦਰ ਜੀ ਕਿੱਥੇ ਸਨ? ਇਸ ਸਵਾਲ ਦਾ ਅੱਜ ਤੁਸੀਂ ਜਵਾਬ ਦੇਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਕਿੱਥੇ ਸਨ। ਐਨੀਵੇ ਅੱਗੇ ਚੱਲੀਏ। ਸੋ ਉਹਨਾਂ ਦੇ ਕੌਤਕ ਜਿਹੜੇ ਪਟਨਾ ਸਾਹਿਬ ਅਸੀਂ ਦੇਖਦੇ ਹਾਂ, ਅੱਜ ਵੀ ਅਸੀਂ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਉਹਨਾਂ ਦੀਆਂ ਬਚਪਨ ਦੀਆਂ ਸਾਖੀਆਂ ਉੱਥੋਂ ਸੁਣਦੇ ਹਾਂ, ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੋਂ ਦੇ ਲੋਕਾਂ ਦੇ ਨਾਲ ਪਿਆਰ ਪਾਇਆ। ਉੱਥੇ ਜਿਹੜਾ ਸੀ ਫਤਿਹ ਚੰਦ ਮੈਣੀ ਰਾਜਾ ਸੀ, ਫਤਿਹ ਚੰਦ ਮੈਣੀ ਜਿਸ ਦੇ ਘਰ ਕੋਈ ਔਲਾਦ ਨਹੀਂ ਸੀ, ਔਰ ਉਸ ਦੀ ਰਾਣੀ ਦੀ ਝੋਲੀ ਵਿੱਚ ਜਾ ਕੇ ਬੈਠ ਗਏ ਅਤੇ ਕਹਿੰਦੇ ਮਾਤਾ ਜੀ ਭੁੱਖ ਲੱਗੀ ਹੈ, ਕੀ ਬਣਾਇਆ ਉਹੀ ਛਕਾ ਦਿਓ। ਸੋ ਉਹ ਉਸ ਜਗ੍ਹਾ ਦੇ ਉੱਤੇ ਮਾਤਾ ਨਿਹਾਲ ਹੋ ਗਈ ਕਿਉਂਕਿ ਕੋਈ ਬੱਚਾ ਨਹੀਂ ਸੀ, ਔਰ ਮਹਾਰਾਜ ਨੇ ਬੜੇ ਪਿਆਰ ਨਾਲ ਗੋਦੀ 'ਚ ਬੈਠ ਕੇ ਉਹਨੂੰ ਮਾਤਾ ਬੁਲਾਇਆ, ਅਤੇ ਉਹ ਉਸ ਦੇ ਨਾਲ ਹੀ ਉਹ ਤਨ ਹੋ ਗਈ। ਉਸਨੇ ਅੰਦਰੋਂ ਲਿਆ ਕੇ ਪੂੜੀਆਂ ਅਤੇ ਛੋਲੇ ਖਿਲਾਏ, ਜਿਹੜੇ ਕਿ ਮਹਾਰਾਜ ਨੇ ਆਪ ਵੀ ਖਾਏ ਅਤੇ ਆਪਣੇ ਸਾਥੀਆਂ ਨੂੰ ਵੀ ਖਵਾਏ। ਉਹ ਸਾਥੀਆਂ ਨੂੰ ਨਾਲ ਲੈ ਕੇ ਜਾਂਦੇ ਸਨ, ਖੇਡਾਂ ਖੇਡਦੇ ਸਨ, ਅਤੇ ਉਹ ਨਾਲ ਜੋ ਕੁਛ ਆਪ ਖਾਂਦੇ ਸਨ ਉਹਨਾਂ ਨੂੰ ਵੀ ਖਵਾਉਂਦੇ ਸਨ। ਸੋ ਉਹ ਇੱਕ ਰੂਟੀਨ ਹੀ ਬਣ ਗਈ ਕਿ ਹਰ ਰੋਜ਼ ਮਹਾਰਾਜ ਜਾਂਦੇ ਫਤਿਹ ਚੰਦ ਦੇ ਮਹਿਲ ਦੇ ਵਿੱਚ, ਰਾਜਾ ਸੀ ਉੱਥੋਂ ਦਾ, ਸੋ ਉਸ ਦੇ ਮਹਿਲ ਵਿੱਚ ਜਾਂਦੇ ਅਤੇ ਉਹਨਾਂ ਦੀ ਰਾਣੀ ਜਿਹੜੀ ਸੀ ਉਹਨਾਂ ਨੂੰ ਪੂੜੀਆਂ ਅਤੇ ਛੋਲੇ ਦਾ ਪ੍ਰਸ਼ਾਦ ਜਿਹੜੀ ਸੀ ਉਹ ਖਵਾਉਂਦੀ ਸੀ। ਸੋ ਉਸ ਤਰੀਕੇ ਨਾਲ ਉਹ ਜਗ੍ਹਾ ਜਿਹੜੀ ਅੱਜ ਅਸੀਂ ਜਾਂਦੇ ਹਾਂ, ਗੁਰਦੁਆਰਾ ਬਾਲ ਲੀਲਾ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੇ ਦੇਖਿਆ ਹੋਵੇਗਾ ਕਿ ਕਿਤਨਾ ਵੱਡਾ, ਕਿਤਨਾ ਖੂਬਸੂਰਤ ਉੱਥੇ ਗੁਰਦੁਆਰਾ ਔਰ ਕਿਤਨਾ ਖੂਬਸੂਰਤ ਨਿਵਾਸ ਬਣ ਗਿਆ। ਜਿੱਥੇ ਫਤਿਹ ਚੰਦ ਮੈਣੀ ਦਾ ਨਿਵਾਸ ਸੀ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਨਿਵਾਜਿਆ, ਉਹਨਾਂ ਨੂੰ ਬੱਚੇ ਦਾ ਸੁੱਖ, ਬੱਚੇ ਦੀ ਖੁਸ਼ੀ ਜਿਹੜੀ ਹੈ ਉਹਨਾਂ ਨੂੰ ਦਿੱਤੀ। ਇਸੇ ਤਰੀਕੇ ਨਾਲ ਉਹਨਾਂ ਦੇ ਉੱਥੇ ਪੰਡਿਤ ਸ਼ਿਵਦੱਤ ਜਿਹੜਾ ਸੀ ਗੰਗਾ ਦੇ ਕਿਨਾਰੇ ਬੈਠੇ ਉਹ ਪੂਜਾ ਕਰਦਾ ਜਾਂਦਾ ਸੀ। ਮਹਾਰਾਜ ਖੇਡਦੇ ਉੱਥੇ ਜਾਂਦੇ ਸਨ। ਉਹਨਾਂ ਦੀਆਂ ਖੇਡਾਂ ਵੀ ਅਲੱਗ ਸਨ, ਉਹਨਾਂ ਦੀਆਂ ਖੇਡਾਂ ਵੀ ਬੱਚਿਆਂ ਦੇ ਨਾਲ ਜੰਗੀ ਖੇਡਾਂ ਸਨ। 2 ਗਰੁੱਪ ਬਣਾ ਲੈਣੇ, ਇੱਕ ਗਰੁੱਪ ਜਿਹੜਾ ਇਹ ਮੇਰੀ ਫੌਜ ਹੈ, ਇਹ ਦੂਸਰੀ ਫੌਜ ਹੈ, ਇਹਦੇ ਉੱਤੇ ਹਮਲਾ ਕਰੇਗੀ, ਇਹ ਤੀਰ ਚਲਾਏਗੀ। ਸੋ ਇਸ ਤਰੀਕੇ ਨਾਲ ਬੱਚਿਆਂ ਨੂੰ ਉਹਨਾਂ ਨੇ ਜੰਗੀ ਕਰਤੱਵ ਸਿਖਾਉਣੇ। ਔਰ ਜੁਰਤ ਜਿਹੜੀ ਸੀ, ਕਮਾਲ ਦੀ ਜੁਰਤ ਸੀ ਕਿ 4 ਸਾਲ ਦਾ ਬੱਚਾ, ਔਰ ਉੱਥੋਂ ਨਵਾਬ ਸਾਹਿਬ ਦੀ ਸਵਾਰੀ ਲੰਘਣੀ ਹੈ, ਔਰ ਨਵਾਬ ਸਾਹਿਬ ਦੇ ਅੱਗੇ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਸਨ, ਉਹਨਾਂ ਨੇ ਕਿਹਾ ਚਲੋ ਬੱਚੋ, ਨਵਾਬ ਸਾਹਿਬ ਜੀ ਆਉਣਗੇ, ਸਾਰੇ ਚੁੱਕ ਕੇ ਸਲਾਮ ਕਰਨਾ। ਅਤੇ ਗੋਬਿੰਦ ਰਾਏ ਜੀ ਨੇ ਉਸੇ ਵਕਤ ਤੁਰੰਤ ਜਵਾਬ ਦਿੱਤਾ, ਮੈਂ ਪਰਮਾਤਮਾ ਤੋਂ ਸਿਵਾਏ ਕਿਸੇ ਦੇ ਅੱਗੇ ਨਹੀਂ ਝੁਕਦਾ, ਮੈਂ ਚੁੱਕ ਕੇ ਸਲਾਮ ਨਹੀਂ ਕਰਾਂਗਾ। ਸੋ ਇਹ ਗੱਲ ਜਦੋਂ ਅਸੀਂ ਸੁਣਦੇ ਹਾਂ, ਅਸੀਂ ਹੈਰਾਨ ਹੋ ਜਾਂਦੇ ਹਾਂ ਕਿ 4 ਸਾਲ ਦੇ ਬੱਚੇ ਵਿੱਚ ਇਤਨੀ ਜੁਰਤ ਕਿ ਉੱਥੋਂ ਦੇ ਨਵਾਬ ਦੇ ਸਾਹਮਣੇ ਉਹ ਜਵਾਬ ਦੇਵੇ। ਲੇਕਿਨ ਇਹ ਸਾਨੂੰ ਉਹਨਾਂ ਦਾ ਫਿਊਚਰ ਉੱਥੋਂ ਨਜ਼ਰ ਆਉਂਦਾ ਸੀ ਕਿ ਜੇ 4 ਸਾਲ ਦੇ ਬੱਚੇ ਵਿੱਚ ਇਤਨੀ ਜੁਰਤ ਹੋ ਸਕਦੀ ਹੈ ਅਤੇ ਵੱਡੇ ਹੋ ਕੇ ਉਹ ਕਿੰਨੇ ਵੱਡੇ ਮਹਾਨ ਕੰਮ ਕਰਨਗੇ। ਸੋ ਇਸੇ ਤਰ੍ਹਾਂ ਪੰਡਿਤ ਸ਼ਿਵਦੱਤ ਸੀ, ਉਸ ਦੇ ਕੋਲ ਜਾਂਦੇ ਸਨ ਨਦੀ ਦੇ ਕਿਨਾਰੇ ਜਦੋਂ ਖੇਡਦੇ ਸਨ, ਅਤੇ ਉਹਦੇ ਮਨ 'ਚ ਇੱਕ ਭਾਵਨਾ ਆ ਗਈ ਕਿ ਸਾਰੇ ਲੋਕ ਕਹਿੰਦੇ ਨੇ ਕਿ ਇਹ ਰੱਬ ਦਾ ਰੂਪ ਨੇ, ਅਤੇ ਉਹ ਤਾਂ ਰਾਮ ਦੇ ਭਗਤ ਸਨ। ਪੰਡਿਤ ਸ਼ਿਵਦੱਤ ਜੀ ਉਹ ਰਾਮ ਦੇ ਭਗਤ ਸਨ। ਉਹਨਾਂ ਨੇ ਕਿਹਾ ਜੇ ਮੈਨੂੰ ਰਾਮ ਚੰਦਰ ਦੇ ਰੂਪ ਵਿੱਚ ਆ ਕੇ ਦਰਸ਼ਨ ਦੇਣ ਤਾਂ ਮੈਂ ਮੰਨਾਂਗਾ ਕਿ ਇਹ ਰੱਬ ਦੇ ਰੂਪ ਨੇ। ਔਰ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਰਾਮ ਚੰਦਰ ਦੇ ਰੂਪ ਵਿੱਚ ਦਰਸ਼ਨ ਦਿੱਤੇ, ਅਤੇ ਉਹ ਵੀ ਉਹਨਾਂ ਦੇ
ਭਗਤ ਬਣ ਗਏ ਔਰ ਸਾਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਚਰਚਾ ਹੋਣ ਲੱਗ ਪਈ ਕਿ ਇਹ ਜੋ ਬੱਚਾ ਇੱਥੇ ਸਾਲਸ ਰਾਏ ਦੀ ਹਵੇਲੀ ਵਿੱਚ ਮਾਤਾ ਗੁਜਰੀ ਦੇ ਘਰ ਜੋ ਬੱਚਾ ਪੈਦਾ ਹੋਇਆ ਉਹ ਰੱਬ ਦਾ ਰੂਪ ਹੈ। ਔਰ ਉਹਦੇ ਕੋਲੋਂ ਕੋਈ ਵੀ ਲੋਕਾਂ ਨੇ ਉਹਨਾਂ ਦੇ ਕੋਲੋਂ ਜਾ ਕੇ ਮੰਗਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਔਰ ਲੋਕਾਂ ਦੀਆਂ ਮੰਗਾਂ ਜਿਹੜੀਆਂ ਸੀ ਉਹ ਪੂਰੀਆਂ ਹੋ ਜਾਂਦੀਆਂ ਸੀ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਲੋਕ ਜਿਹੜੇ ਸਨ ਉਹਨਾਂ ਨੂੰ ਪਰਮਾਤਮਾ ਦਾ ਰੂਪ ਮੰਨਣ ਲੱਗ ਪਏ ਸਨ। ਹੁਣ ਵੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮਹਾਰਾਜ ਦੇ ਬਚਪਨ ਦੀਆਂ ਬਹੁਤ ਸਾਰੀਆਂ ਸਾਖੀਆਂ ਨੇ ਜਿਹੜੀਆਂ ਪਟਨਾ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ, ਲੇਕਿਨ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਸੋ ਕੋਸ਼ਿਸ਼ ਕਰਾਂਗੀ ਅਗਲੇ ਸਮੇਂ ਵਿੱਚ ਫਿਰ ਉਹ ਤੁਹਾਡੇ ਨਾਲ ਸਾਂਝੇ ਕੀਤੀਆਂ ਜਾਣ। ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।